सूरा सो पहचानिए जो लड़े दीन के हित। पुरजा पुरजा कट मरै कबहू ना छाड़ै खेत। जन्म मरण दोहू मैं नाही जन पर उपकारी आए। जी दान दे भगति लायन हर स्यों लैन मिलाए। आनंद गुणी निदान गुरु गरीब निवाज। तन तन साहिब श्री गुरु ग्रंथ साहिब जीओ महाराज। गली मेरी आओ आओ गली मेरी आओ। 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 जाता प्रेम खिलन का जाओ। जाता प्रेम खिलन का जाओ। गली मेरी आओ आओ गली मेरी आओ। गली मेरी आओ आओ गली मेरी आओ। इत मार्ग पैर तरीजै सिर दीजै कान न कीजै। इत मार्ग पैर तरीजै सिर दीजै कान न कीजै। सिर दीजै कान न कीजै। सिर दीजै कान न कीजै। जाता प्रेम खिलन का जाओ। जाता प्रेम खिलन का जाओ। गली मेरी आओ आओ गली मेरी आओ गली मेरी आओ आओ गली मेरी आओ।
सो पहचानिए जो लड़े दीन के हेत। सूरा सो पहचानिए जो लड़े दीन के हेत। पुरजा कट मरे कबहू न छाड़े खेत। पुरजा कट मरे कबहू न छाड़े खेत। कबहू न छाड़े खेत, कबहू न छाड़े खेत। गली मेरी आओ आओ, गली मेरी आओ, गली मेरी आओ आओ, गली मेरी आओ। जाता प्रेम खिलन का जाओ, जाता प्रेम खिलन का जाओ। गली मेरी आओ आओ, गली मेरी आओ, गली मेरी आओ आओ, गली मेरी आओ। पहला मरण कबूल, जीवन की छड़ आस, जीवन की छड़ आस। ओह सबना की रेण का तो आओ हमारे पास, आओ हमारे पास। प्रेम खिलन का जाता प्रेम खिलन का जाओ। गली मेरी आओ आओ, गली मेरी आओ, गली मेरी आओ आओ, गली मेरी 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 आओ आओ, गली मेरी आओ, गली मेरी आओ आओ, गली मेरी आओ। वाहे गुरु वाहे गुरु, 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 वाहे गुरु वाहे गुरु। गली मेरी आओ आओ, गली मेरी आओ, गली मेरी आओ आओ, गली मेरी आओ। वाहे गुरु वाहे गुरु, जपो वाहे वाहे गुरु वाहे गुरु,
ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਕਿਰਪਾ ਕਰੋ। ਸਤ ਸੰਗਤ ਦੀਆਂ ਘੜੀਆਂ ਪਾਤਸ਼ਾਹ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਦੇ ਨਾਲ ਗੁਰਮੁਖੋ ਸਤ ਸੰਗਤ ਦੀਆਂ ਘੜੀਆਂ ਮਿਲੀਆਂ ਨੇ। ਸਾਰੀਆਂ ਸੰਗਤਾਂ ਜਿਤਨੇ ਵੀ ਸਰੀਰ ਜੁੜ ਕੇ ਗੁਰੂ ਦੀ ਗੋਦ ਦੇ ਅੰਦਰ ਬੈਠੇ ਨੇ, ਕਿਰਪਾ ਕਰੋ ਰਲ ਮਿਲ ਕੇ ਵਾਹਿਗੁਰੂ 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 ਵਾਹੋ ਵਾਹੋ ਕਰੇ ਵਾਹੋ ਵਾਹੋ ਕਰੇ ਸਈ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ, ਪਰਜਾ ਪੂਜਣ ਆਈ। ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਵੀ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਵੀ। ਵਾਹੋ ਵਾਹੋ ਕਰੇ ਸਈ ਜਨ ਸੋਹਣੇ। ਵਾਹਿਗੁਰੂ 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 ਵਾਹਿਗੁਰੂ। ਜੋ ਤਾ ਪ੍ਰੇਮ ਖਿਲਨ ਕਾ ਚਾਓ, ਜਾਤਾ ਪ੍ਰੇਮ ਖਿਲਨ ਕਾ ਚਾਓ। ਗਲੀ ਮੇਰੀ ਆਓ ਆਓ, ਗਲੀ ਮੇਰੀ ਆਓ, ਗਲੀ ਮੇਰੀ ਆਓ ਆਓ, ਗਲੀ ਮੇਰੀ ਆਓ, ਗਲੀ ਮੇਰੀ ਆਓ, ਗਲੀ ਮੇਰੀ ਆਓ, ਗਲੀ ਮੇਰੀ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੋਦ ਦੇ ਅੰਦਰ ਜਿਤਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ, ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ। ਝੁਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ, ਸਾਰੇ ਪਿਆਰ ਸਾਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਕੁਰਬਾਨੀ ਤਿਨਾਂ ਗੁਰਸਿੱਖਾਂ ਪਾਓ ਭਗਤ ਮਿਲ ਗੁਰਪੁਰਬ ਕਰੰਦੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਇਸ ਇਲਾਕੇ ਦੀਆਂ ਸੰਗਤਾਂ ਦੇ ਉੱਤੇ, ਗੁਰਸਿੱਖਾਂ ਦੇ ਉੱਤੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। 3 ਰੋਜ਼ਾ ਇਹ ਗੁਰਮਤਿ ਸਮਾਗਮ ਸ਼੍ਰੀਮਾਨ ਸੰਤ ਬਾਬਾ ਬ੍ਰਹਮਾਨੰਦ ਜੀ ਤਿਨਾਂ ਦੀ ਬਰਸੀ ਅਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਲਖਤ ਜ਼ਿਗਰ, ਉਹਨਾਂ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਸਮਾਗਮ ਰਚਾਏ ਗਏ ਹਨ। ਆਓ ਗੁਰਮੁਖੋ, ਜਿਤਨੀਆਂ ਵੀ ਸੰਗਤਾਂ ਜੁੜ ਕੇ ਬੈਠੀਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਉਹ ਚਾਹਣ ਤਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਗੂੰਗਿਆਂ ਦੇ ਕੋਲੋਂ ਵੀ ਆਪਣੇ ਅੰਮ੍ਰਿਤ ਵਚਨਾਂ ਦੀ ਸਾਰ ਕਰਾ ਲੈਂਦੇ ਨੇ। ਸਤਿਗੁਰ ਕਿਰਪਾ ਕਰਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਇਤਿਹਾਸ ਦੇ ਨਾਲ, ਇਤਿਹਾਸ ਦੇ ਵਿੱਚੋਂ ਕੁਝ ਜੀਵਨ ਦੀਆਂ ਸਾਖੀਆਂ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਉਪਦੇਸ਼ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ ਕਿ ਐ ਸਿੱਖਾ, ਜਦੋਂ ਤੂੰ ਸਤ ਸੰਗਤ ਦੇ ਵਿੱਚ ਆ ਜਾਵੇਂ, ਉਸ ਸਮੇਂ ਇਹ ਮਹਿਸੂਸ ਕਰਿਆ ਕਰ ਕਿ ਤੇਰੇ ਪੂਰਵਲੇ ਕਰਮ ਚੰਗੇ ਹੋਣਗੇ, ਤੇਰੇ ਭਾਗ ਵੱਡੇ ਹੋਣਗੇ, ਜਿਹੜੀ ਤੈਨੂੰ ਕਲਯੁਗ ਦੇ ਸਮੇਂ ਦੇ ਅੰਦਰ ਇਹ ਸਤ ਸੰਗਤ ਦੀਆਂ ਘੜੀਆਂ ਮਿਲੀਆਂ ਨੇ। ਨਹੀਂ ਤਾਂ ਅੱਜ ਜਾ ਕੇ ਦੇਖ ਲਈਏ ਸਾਧ ਸੰਗਤ ਜੀ, ਹਸਪੀਟਲਾਂ ਦੇ ਵਿੱਚ ਕੋਈ ਵੀ ਬੈੱਡ ਖਾਲੀ ਨਹੀਂ ਹੈ। ਹਰ ਕੋਈ ਦੁੱਖਾਂ ਦੇ ਨਾਲ ਤੜਫ ਰਿਹਾ ਹੈ। ਕਿਸੇ ਦੇ ਨੱਕ ਦੇ ਵਿੱਚ ਨਾਲੀ ਲੱਗੀ ਹੋਈ ਹੈ, ਕਿਸੇ ਦੇ ਨੱਕ ਕੰਨ ਦੇ ਵਿੱਚ ਲੱਗੀ ਹੋਈ ਹੈ, ਕਿਸੇ ਦੇ ਪੇਟ ਦੇ ਵਿੱਚ ਲੱਗੀ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਤੰਦਰੁਸਤ ਸਰੀਰ ਬਖਸ਼ਿਸ਼ ਕੀਤੇ ਨੇ। ਇਸੇ ਕਰਕੇ ਅੱਜ ਇਕੱਤਰ ਹੋ ਕੇ ਗੁਰੂ ਦੀ ਗੋਦ ਦੇ ਵਿੱਚ ਬੈਠੇ ਹਾਂ। ਹੱਥ ਜੋੜ ਕੇ ਸ਼ੁਕਰਾਨਾ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਪ ਜੀਆਂ ਨੇ ਦੇਹ ਰੋਗਤਾ ਬਖਸ਼ਿਸ਼ ਕੀਤੀ। ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਗੋਦ ਦੇ ਅੰਦਰ ਜੁੜ ਕੇ ਬੈਠੇ ਆ। ਆਓ ਇਤਿਹਾਸ ਦੇ ਵਿੱਚੋਂ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਨੇ ਉਹ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਅੱਜ ਤੁਰੇ ਜਾ ਰਹੇ ਨੇ ਮਾਂ ਗੁਜਰੀ ਦੇ ਨਾਲ। ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਲੈ ਜਾਈਏ। ਤੇ ਜਦੋਂ ਸਰਸਾ ਨਦੀ ਦੇ ਉੱਤੇ ਸਾਧ ਸੰਗਤ ਜੀ ਪਰਿਵਾਰ ਦਾ ਵਿਛੋੜਾ ਪਿਆ ਨਾ, ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਰੋਪੜ ਵੱਲ ਨੂੰ ਚਲੇ ਜਾ ਰਹੇ ਨੇ। ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਿਸੇ ਹੋਰ ਪਾਸੇ ਚਲੇ ਜਾਣ। ਮਾਤਾਵਾਂ ਕਿਸੇ ਹੋਰ ਪਾਸੇ ਭਾਈ ਮਨੀ ਸਿੰਘ ਜੀ ਦੇ ਨਾਲ ਚਲੇ ਗਈਆਂ ਨੇ। ਰਾਤ ਦੇ ਹਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗਿਆ, ਝੱਖੜ ਝੁੱਲ ਰਿਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਰਿਵਾਰ ਹੈ ਅੱਜ ਅੰਮ੍ਰਿਤ ਵੇਲੇ ਖੇਰੂ ਖੇਰੂ ਹੋ ਗਿਆ। ਪਰ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤੀ ਹੈ। ਬੇਸ਼ੱਕ ਦੁੱਖ ਦਾ ਸਮਾਂ ਸੀ, ਇਹ ਸਿੱਖਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਅੰਮ੍ਰਿਤ ਵੇਲਾ ਨਹੀਂ ਛੱਡਿਆ। ਬੇਸ਼ੱਕ ਪਰਿਵਾਰ ਖੇਰੂ ਖੇਰੂ ਹੋ ਰਿਹਾ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੋਇਆ, ਕਹਿੰਦੇ ਆਖਣ ਲੱਗੇ, ਸਿੰਘੋ ਆਸਾ ਦੀ ਵਾਰ ਦਾ ਸਮਾਂ ਹੋ ਗਿਆ, ਆਓ ਇਕੱਤਰ ਹੋ ਕੇ ਪਰਮਾਤਮਾ ਦਾ ਨਾਮ ਜਪੀਏ, ਆਸਾ ਦੀ ਵਾਰ ਦਾ ਕੀਰਤਨ ਕਰੀਏ। ਆਖੋ ਸਤਨਾਮ। ਸਾਡੇ ਉੱਤੇ ਸਰੀਰਕ ਦੁੱਖ ਆ ਜਾਵੇ, ਅਸੀਂ ਨਿਤਨੇਮ ਕਰਨਾ ਭੁੱਲ ਜਾਂਦੇ ਹਾਂ, ਪਰ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਡਾ ਉਪਦੇਸ਼ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਗਏ ਨੇ। ਕਹਿੰਦੇ ਐ ਸਿੱਖਾ, ਬੇਸ਼ੱਕ ਤੇਰੇ ਉੱਤੇ ਕਿੱਡਾ ਵੀ ਦੁੱਖ ਕਿਉਂ ਨਾ ਹੋਵੇ, ਪਰ ਅੰਮ੍ਰਿਤ ਵੇਲਾ ਨਾ ਛੱਡੀ, ਸੌਖਾ ਵੇਲਾ ਜਲਦੀ ਆ ਜਾਵੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ। ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਸਰਸਾ ਦੇ ਕੰਢੇ ਕੰਢੇ ਤੁਰੇ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਗੁਰੂ ਘਰ ਦਾ ਰਸੋਈਆ ਬ੍ਰਾਹਮਣ, ਗੰਗੂ ਬ੍ਰਾਹਮਣ ਮਿਲ ਗਿਆ।
ਤੇ ਜਦੋਂ ਤੱਕਿਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਪੁੱਤਰ ਨੇ, ਮਾਤਾ ਗੁਜਰ ਕੌਰ ਹੈ। ਭੱਜ ਕੇ ਕੋਲ ਆਇਆ, ਆ ਕੇ ਬੇਨਤੀ ਕੀਤੀ, ਮਾਤਾ ਜੀ ਇੱਥੇ ਜੰਗਲਾਂ ਦੇ ਵਿੱਚ ਕਿੱਧਰ ਘੁੰਮਦੇ ਹੋ? ਆਨੰਦਪੁਰੀ ਵਸਦੀ ਸੀ, ਪਰ ਅੱਜ ਕੀ ਹੋ ਗਿਆ? ਅੱਜ ਜੰਗਲਾਂ ਦੇ ਵਿੱਚ ਭਟਕ ਰਹੇ ਹੋ। ਮਾਤਾ ਗੁਜਰ ਕੌਰ ਜੀ ਨੇ ਸਾਰੀ ਵਾਰਤਾਲਾਪ ਸੁਣਾਈ ਤੇ ਆਖਣ ਲੱਗਾ, ਮਾਂ ਮੈਂ ਗੁਰੂ ਦੇ ਘਰ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਆਪ ਜੀ ਦਾ ਰਸੋਈਆ ਸੀ, ਆਪ ਜੀ ਦਾ ਨਮਕ ਖਾਧਾ ਹੈ। ਮੇਰੇ ਹੁੰਦਿਆਂ ਤੁਸੀਂ ਜੰਗਲਾਂ ਦੇ ਵਿੱਚ ਭਟਕ ਰਹੇ ਹੋ, ਇਸ ਤਰ੍ਹਾਂ ਨਹੀਂ ਹੋ ਸਕਦਾ, ਚਲੋ ਮੇਰੇ ਘਰ ਚਲੋ। ਤੇ ਸਾਧ ਸੰਗਤ ਜੀ, ਮਾਤਾ ਗੁਜਰ ਕੌਰ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਜਦੋਂ ਆਪਣੇ ਘਰ ਲੈ ਗਿਆ, ਘਰ ਲਿਜਾ ਕੇ ਸਰਦੀ ਦੇ ਮੌਸਮ ਦੇ ਵਿੱਚ ਗਰਮ ਕੱਪੜੇ ਦਿੱਤੇ ਨੇ। ਮਾਤਾ ਗੁਜਰ ਕੌਰ ਨੇ ਮੋਹਰਾਂ ਦੀ ਥੈਲੀ, ਆਪਣੀ ਕੱਪੜਿਆਂ ਦੀ ਜਿਹੜੀ ਪੋਟਲੀ ਸੀ, ਗਠੜੀ ਸੀ ਨਾ, ਗੰਗੂ ਬ੍ਰਾਹਮਣ ਨੂੰ ਦੇ ਦਿੱਤੀ। ਲੈ ਪੁੱਤਰਾ, ਕਿਤੇ ਸਾਂਭ ਕੇ ਰੱਖ ਲੈ। ਤੇ ਸਾਧ ਸੰਗਤ ਜੀ, ਜਦੋਂ ਦੇਖੀਆਂ ਚੰਦ ਮੋਹਰਾਂ, ਮਨ ਬੇਈਮਾਨ ਹੋ ਗਿਆ। ਰਾਤ ਨੂੰ ਲੁਕੋ ਲਈਆਂ। ਮਾਤਾ ਗੁਜਰ ਕੌਰ ਸਵੇਰੇ ਪੁੱਛਦੀ ਹੈ ਗੰਗੂ ਬ੍ਰਾਹਮਣ, ਵੇ ਪੁੱਤ, ਮਾਇਆ ਕਿਤੇ ਸਾਂਭ ਕੇ ਰੱਖੀ ਹੈ? ਜੇ ਸਾਂਭ ਕੇ ਰੱਖੀ ਹੈ ਤਾਂ ਸਾਂਭ ਕੇ ਰੱਖੀ, ਔਖਾ ਵੇਲਾ ਜਦੋਂ ਆਵੇਗਾ ਤੇਰੇ ਕੰਮ ਆ ਜਾਵੇਗੀ। ਕਹਿਣ ਲੱਗਾ, ਮਾਂ ਇੱਕ ਮੈਂ ਘਰ ਦੇ ਵਿੱਚ ਪਨਾਹ ਦਿੱਤੀ ਹੈ, ਤੇ ਦੂਸਰਾ ਤੁਸੀਂ ਆਖ ਰਹੇ ਹੋ ਕਿ ਗੰਗੂ ਮਾਇਆ ਤੂੰ ਕਿਤੇ ਸਾਂਭ ਕੇ ਰੱਖ ਲਈ ਹੈ, ਮੈਂ ਤੁਹਾਡੀ ਮਾਇਆ ਦਾ ਕੀ ਕਰਨਾ? ਤੇ ਜਦੋਂ ਇੰਨੀ ਗੱਲ ਸੁਣੀ ਹੈ ਤੇ ਅੱਗ ਬਬੂਲੇ ਹੋ ਗਏ। ਆਖਣ ਲੱਗਾ, ਤੁਸੀਂ ਮੇਰੇ ਤੇ ਦੋਸ਼ ਲਾਇਆ, ਮੈਂ ਤੁਹਾਨੂੰ ਫੜਾਵਾਂਗਾ। ਭੱਜ ਕੇ ਕੋਤਵਾਲੀ ਦੇ ਵਿੱਚ ਗਿਆ, ਜਾ ਕੇ ਆਖਦਾ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਮਾਤਾ ਮੇਰੇ ਘਰ ਨੇ, ਜਾ ਕੇ ਫੜ ਲਓ। ਹੁਣ ਮਰਿੰਡੇ ਤੋਂ ਸਿਪਾਹੀ ਆਏ ਨੇ, ਥਾਣੇਦਾਰ ਆਇਆ, ਆ ਕੇ ਫੜ ਕੇ ਲੈ ਗਏ। ਇਤਿਹਾਸ ਸਾਰਿਆਂ ਨੇ ਸੁਣਿਆ। ਮੈਂ ਕੇਵਲ ਸੰਖੇਪ ਬੇਨਤੀ ਆਪਣੇ ਸਮੇਂ ਦੇ ਅੰਦਰ ਸਾਧ ਸੰਗਤ ਜੀ ਕਰਨੀ ਹੈ। ਕਹਿੰਦੇ ਜਦੋਂ ਮਰਿੰਡੇ ਲਿਜਾ ਕੇ ਬੰਦ ਕਰ ਦਿੱਤਾ ਗਿਆ ਤੇ ਹੁਣ ਥਾਣੇਦਾਰ ਨੂੰ ਵੀ ਆਪਣਾ ਲਾਲਚ ਹੈ। ਜਿਹੜਾ ਕੋਤਵਾਲ ਹੈ ਨਾ, ਜਾ ਕੇ ਸਰਹੰਦ ਵਜ਼ੀਰ ਖਾਂ ਦੇ ਕੋਲ ਗਿਆ। ਮਨ ਦੇ ਵਿੱਚ ਖੁਸ਼ੀ ਹੈ ਕਿ ਮੈਨੂੰ ਵਜ਼ੀਰ ਖਾਂ ਇਨਾਮ ਦੇਵੇਗਾ ਕਿ ਮੈਂ ਅੱਜ ਗੁਰੂ ਦੇ ਪੁੱਤ ਫੜਾ ਦਿੱਤੇ ਨੇ। ਸੱਚ ਜਾਣਿਓ, ਉਸ ਵੇਲੇ ਇਉਂ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਬਾਰੇ ਵਜ਼ੀਰ ਖਾਂ ਨੂੰ ਪਤਾ ਲੱਗਿਆ ਨਾ, ਖੁਸ਼ੀ ਦੇ ਨਾਲ ਝੂਮ ਉੱਠਿਆ। ਕਹਿੰਦਾ, ਚਲੋ ਜੇ ਗੁਰੂ ਨਹੀਂ ਹੱਥ ਆਇਆ ਕੋਈ ਗੱਲ ਨਹੀਂ, ਗੁਰੂ ਦੀ ਮਾਂ ਸਾਡੇ ਹੱਥ ਆ ਗਈ, ਗੁਰੂ ਦੇ ਪੁੱਤ ਸਾਡੇ ਹੱਥ ਆ ਗਏ। ਜਦੋਂ ਪਤਾ ਲੱਗੇਗਾ ਗੁਰੂ ਗੋਬਿੰਦ ਸਿੰਘ ਨੂੰ, ਫਿਰ ਭੱਜ ਕੇ ਆਣਗੇ, ਆਪਣੇ ਪੁੱਤਰਾਂ ਦੀ ਖਾਤਰ, ਆਪਣੇ ਮਾਂ ਦੀ ਖਾਤਰ ਆਣਗੇ, ਤੇ ਜਾਂ ਫਿਰ ਇਹਨਾਂ ਦੇ ਧਰਮ ਦੇ ਉੱਤੋਂ ਆਪਣੇ ਧਰਮ ਦੇ ਵਿੱਚ ਲੈ ਆਵਾਂਗੇ। ਉਸ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਧਰਮ ਛੱਡ ਦੇਣਗੇ ਤੇ ਗੁਰੂ ਨੂੰ ਵੀ ਅਸੀਂ ਉਹਦਾ ਧਰਮ ਛਡਾ ਲਵਾਂਗੇ। ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਗੁਰੂ ਦੇ ਪੱਕੇ ਸਿੱਖ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤ ਨੇ। ਤੇ ਸਾਧ ਸੰਗਤ ਜੀ, ਸਾਡੇ ਕੋਲੋਂ ਅੱਜ ਇਤਿਹਾਸ ਲੁਕੋ ਲਿਆ ਗਿਆ। ਇਹ ਗੱਲ ਸਾਨੂੰ ਸਭਨਾਂ ਨੂੰ ਪਤਾ ਹੈ ਕਿ ਜਦੋਂ ਮਰਿੰਡੇ ਤੋਂ ਸਰਹੰਦ ਵੱਲ ਨੂੰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਲਿਜਾਇਆ ਗਿਆ, ਲਿਜਾ ਕੇ ਉੱਥੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਪਰ ਸਾਧ ਸੰਗਤ ਜੀ, ਪੁਰਾਣਾ ਇਤਿਹਾਸ ਕੁਝ ਹੋਰ ਦੱਸਦਾ ਹੈ। ਕਹਿੰਦੇ ਜਦੋਂ ਗੱਡਿਆਂ ਦੇ ਮਗਰ, ਘੋੜਿਆਂ ਦੇ ਮਗਰ ਛੋਟੇ ਸਾਹਿਬਜ਼ਾਦਿਆਂ ਨੂੰ 7 ਤੇ 9 ਸਾਲ ਦੀਆਂ ਉਮਰਾਂ ਨੇ, ਹੁਣ ਗੱਡਿਆਂ ਦੇ ਮਗਰ ਰੱਸਿਆਂ ਦੇ ਨਾਲ ਬੰਨ ਲਿਆ ਗਿਆ ਹੱਥਾਂ ਤੋਂ। ਹੱਥਾਂ ਦੇ ਵਿੱਚ ਹੱਥ ਕੜੀਆਂ ਨੇ। ਮਾਤਾ ਗੁਜਰ ਕੌਰ ਜੀ ਨੂੰ ਵੀ ਨਾਲ, ਤੇ ਜਲਾਦ ਪਿੱਛੇ ਸੈਂਟੇ ਮਾਰਦਾ ਜਾ ਰਿਹਾ ਹੈ। ਤੇ ਛੋਟੇ ਸਾਹਿਬਜ਼ਾਦੇ ਮਾਂ ਗੁਜਰ ਕੌਰ ਜੀ ਨੂੰ ਪੁੱਛਦੇ ਨੇ, ਮਾਂ ਇਹ ਸਾਨੂੰ ਕਿਉਂ ਮਾਰ ਰਹੇ ਨੇ? ਅਸੀਂ ਕੀ ਕਸੂਰ ਕੀਤਾ ਹੈ? ਤੇ ਮਾਂ ਹੱਸ ਕੇ ਆਖਣ ਲੱਗੀ, ਪੁੱਤਰੋ ਇਹ ਸਾਨੂੰ ਮਾਰ ਨਹੀਂ ਰਹੇ, ਇਹ ਆਪਣੀ ਨੌਕਰੀ ਕਰ ਰਹੇ ਨੇ, ਇਹਨਾਂ ਨੂੰ ਆਪਣੀ ਨੌਕਰੀ ਕਰਨ ਦਿਓ, ਤੁਸੀਂ ਚਲੇ ਚੱਲੋ। ਕਹਿੰਦੇ ਸਾਹਿਬਜ਼ਾਦੇ ਮਰਿੰਡੇ ਤੋਂ
ਸਰਹੰਦ ਤੱਕ ਉਹਨਾਂ ਦੀ ਮਾਰ ਝੱਲਦੇ ਗਏ ਨੇ। ਪੈਰਾਂ ਤੋਂ ਨੰਗੇ ਨੇ, ਤੁਰਿਆ ਨਹੀਂ ਜਾਂਦਾ। ਪਰ ਦਾਦੀ ਮਾਂ ਨੂੰ ਪੁੱਛਦੇ, ਮਾਂ ਇਹ ਦਾਦੀ ਮਾਂ ਚੱਲੇ ਕਿੱਥੇ ਹਾਂ? ਤੇ ਦਾਦੀ ਮਾਂ ਆਖਦੀ ਹੈ, ਪੁੱਤਰੋ ਜਿੱਥੇ ਰੱਬ ਲੈ ਜਾਵੇਗਾ, ਜਿੱਥੇ ਵਾਹਿਗੁਰੂ ਲੈ ਜਾਵੇਗਾ, ਉੱਥੇ ਚਲੇ ਜਾਵਾਂਗੇ। ਤੇ ਲਿਜਾ ਕੇ ਸਾਧ ਸੰਗਤ ਜੀ ਪੇਸ਼ ਕੀਤਾ ਗਿਆ। ਜਦੋਂ ਸੂਬੇਦਾਰ ਵਜ਼ੀਰ ਖਾਂ ਦੇ ਅੱਗੇ ਪੇਸ਼ ਕੀਤੇ ਗਏ ਨਾ, ਮਨ ਖੁਸ਼ ਹੋ ਗਿਆ ਵਜ਼ੀਰ ਖਾਂ ਦਾ। ਆਖਣ ਲੱਗਾ, ਚਲੋ ਗੁਰੂ ਨਹੀਂ ਹੱਥ ਆਇਆ ਕੋਈ ਗੱਲ ਨਹੀਂ, ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤ ਹੱਥ ਆ ਗਏ ਨੇ, ਇਹਨਾਂ ਨੂੰ ਮੁਸਲਮਾਨ ਬਣਾ ਲਵਾਂਗੇ। ਸਿੱਖ ਇਹਨਾਂ ਦੇ ਮਗਰ ਲੱਗ ਕੇ ਆਪ ਹੀ ਮੁਸਲਮਾਨ ਬਣ ਜਾਣਗੇ। ਪਰ ਕੀ ਪਤਾ ਸੀ ਉਸ ਵਜ਼ੀਰ ਖਾਨ ਨੂੰ ਕਿ ਪੁੱਤ ਗੁਰੂ ਗੋਬਿੰਦ ਸਿੰਘ ਸ਼ੇਰ ਦੇ ਨੇ। ਆਖੋ ਸਤਨਾਮ ਵਾਹਿਗੁਰੂ। ਜਦੋਂ ਚੱਲੇ ਨੇ ਨਾ ਕਚਹਿਰੀ ਵੱਲ ਨੂੰ ਜਾ ਰਹੇ ਨੇ, ਸ਼ਾਇਰ ਲਿਖਦਾ ਏ, ਕਹਿੰਦੇ ਅਹਿਲਕਾਰ ਆਖਦੇ ਨੇ, ਓਏ ਬੱਚਿਓ ਅੰਦਰ ਸੂਬੇਦਾਰ ਬੈਠਾ ਹੈ, ਇਸ ਸਮੇਂ ਦਾ ਰਾਜਾ ਹੈ, ਉਹਨੂੰ ਜਾ ਕੇ ਸਲਾਮ ਕਰਿਓ, ਤੁਹਾਡੇ ਤੇ ਖੁਸ਼ ਹੋਵੇਗਾ। ਤੇ ਸਾਧ ਸੰਗਤ ਜੀ ਜਿਹੜਾ ਕਚਹਿਰੀ ਦਾ ਦਰਵਾਜ਼ਾ ਹੈ ਨਾ, ਉਹ ਬੜਾ ਛੋਟਾ ਹੈ, ਜਿਹਦੇ ਵਿੱਚੋਂ ਸਿਰ ਝੁਕਾ ਕੇ ਲੰਘਿਆ ਜਾਣਾ ਹੈ। ਵੱਡਾ ਦਰਵਾਜ਼ਾ ਬੰਦ ਹੈ। ਉਹ ਇਸ ਕਰਕੇ ਖੋਲਿਆ ਗਿਆ ਸੀ ਕਿ ਜਦੋਂ ਬੱਚੇ ਸਿਰ ਝੁਕਾ ਕੇ ਲੰਘਣਗੇ, ਅੰਦਰ ਅਹਿਲਕਾਰ ਖੜੇ ਹੋਣਗੇ, ਝੱਟ ਦੇਣੀ ਰੌਲਾ ਪਾ ਦੇਣਗੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਸੂਬੇਦਾਰ ਵਜ਼ੀਰ ਖਾਨ ਨੂੰ ਸੀਸ ਝੁਕਾ ਦਿੱਤਾ, ਇਹਨੇ ਆਪਣੀ ਈਨ ਮੰਨ ਲਈ ਹੈ। ਪਰ ਸਾਧ ਸੰਗਤ ਜੀ ਜਿਉਂ ਹੀ ਕੋਲ ਗਏ ਤੇ ਜਾ ਕੇ ਤੱਕਦੇ ਨੇ, ਜਦੋਂ ਦਰਵਾਜ਼ਾ ਛੋਟਾ, ਪਹਿਲਾਂ ਜੁੱਤੀ ਦਾ ਪੈਰ ਜਿਹੜਾ ਅੰਦਰ ਲਗਾ ਦਿੱਤਾ। ਜਦੋਂ ਜੁੱਤੀ ਦਾ ਪੈਰ ਅੰਦਰ ਰੱਖਿਆ, ਕਚਹਿਰੀ ਦੇ ਅੰਦਰ ਸਨਾਟਾ ਛਾ ਗਿਆ। ਇੱਕ ਆਖਦਾ, ਓਏ ਬੱਚਿਓ ਇਹ ਗੁਸਤਾਖੀ ਨਾ ਕਰੋ, ਵਜ਼ੀਰ ਖਾਨ ਨੂੰ ਝੁਕ ਕੇ ਸਲਾਮ ਕਰੋ, ਨਹੀਂ ਤਾਂ ਤੁਹਾਨੂੰ ਸਜ਼ਾ ਦੇਵੇਗਾ। ਤੇ ਸ਼ਾਇਰ ਲਿਖਦਾ ਹੈ, ਉਸ ਸਮੇਂ ਸਾਹਿਬਜ਼ਾਦਿਆਂ ਭਰੇ ਦਰਬਾਰ ਅੰਦਰ, ਉਹਨਾਂ ਜਾ ਕੇ ਫਤਿਹ ਬੁਲਾ ਦਿੱਤੀ। ਕਹਿੰਦੇ ਸਾਹਿਬਜ਼ਾਦਿਆਂ ਨੇ ਦਰਬਾਰ ਦੇ ਅੰਦਰ, ਕਚਹਿਰੀ ਦੇ ਅੰਦਰ ਜਾ ਕੇ ਸਲਾਮ ਨਹੀਂ ਕਹੀ, ਉਹਨੇ ਜਾ ਕੇ ਫਤਿਹ ਦਾ ਨਾਰਾ ਮਾਰਿਆ। ਤੇ ਜਦੋਂ ਫਤਿਹ ਦਾ ਨਾਰਾ ਐਸਾ ਮਾਰਿਆ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ, ਤਸਵੀ ਕਾਜੀ ਦੇ ਹੱਥੋਂ ਛਡਾ ਦਿੱਤੀ। ਐਸਾ ਸਤਿ ਸ੍ਰੀ ਅਕਾਲ ਦਾ ਨਾਰਾ ਗੁਰਮੁਖੋਂ ਮਾਰਿਆ, ਕਹਿੰਦੇ ਕਾਜੀ ਦੇ ਹੱਥੋਂ ਤਸਵੀ ਮਾਲਾ ਛੁੱਟ ਗਈ। ਆਖਣ ਲੱਗਾ, ਨਿੱਕੇ ਨਿੱਕੇ ਬੱਚੇ ਨੇ, ਇੰਨੇ ਨਿਡਰ ਨੇ, ਇਹਨਾਂ ਨੂੰ ਮੌਤ ਦਾ, ਇਹਨਾਂ ਨੂੰ ਕਿਸੇ ਰਾਜੇ ਦਾ ਫਿਕਰ ਨਹੀਂ ਹੈ ਕਿ ਕਿੱਥੇ ਖੜੇ ਨੇ, ਇੰਨੇ ਨਿਡਰ ਬੱਚੇ ਨੇ। ਤੇ ਸਾਧ ਸੰਗਤ ਜੀ ਜਦੋਂ ਕਾਜੀ ਨੇ ਇਹ ਨਾਰਾ ਸੁਣਿਆ, ਇੱਕਦਮ ਕੰਬ ਗਿਆ। ਸੂਬੇਦਾਰ ਆਖਣ ਲੱਗਾ, ਓਏ ਬੱਚਿਓ ਇਉਂ ਨਹੀਂ, ਇੱਥੇ ਰਾਜ ਮੇਰਾ, ਇੱਥੇ ਮੈਨੂੰ ਸਲਾਮ ਕਰਨੀ ਹੈ, ਇੱਥੇ ਸਤਿ ਸ੍ਰੀ ਅਕਾਲ ਨਹੀਂ, ਇੱਥੇ ਫਤਿਹ ਦਾ ਨਾਰਾ ਨਹੀਂ। ਓਏ ਬੱਚੇ ਇੱਕ ਗੱਲ ਖਿਆਲ ਰੱਖਿਓ, ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਹੈ, ਜੇ ਤੁਸੀਂ ਸਲਾਮ ਕਬੂਲ ਨਾ ਕੀਤੀ, ਤੁਸੀਂ ਸਾਡੇ ਧਰਮ ਦੇ ਅੰਦਰ ਨਾ ਆਏ, ਤੁਹਾਡਾ ਵੀ ਇਹੀ ਅਸਰ ਹੋਏਗਾ। ਤੇ ਬਾਬਾ ਜੋਰਾਵਰ ਸਿੰਘ ਜੀ ਕਹਿਣ ਲੱਗੇ, ਓਏ ਸੂਬੇਦਾਰਾ, ਓਏ ਸਮੇਂ ਦਾ ਰਾਜਾ ਹੋ ਕੇ ਐਡਾ ਕੁਫਰ ਤੋਲਦਾ ਏ। ਤੇ ਜਦੋਂ ਕੁਫਰ ਸ਼ਬਦ ਸੁਣਿਆ, ਹੁਣ ਕੁਫਰ ਸ਼ਬਦ ਦਾ ਅਰਥ ਹੈ ਝੂਠ। ਵਜ਼ੀਰ ਖਾਂ ਆਖਣ ਲੱਗਾ, ਹੈ ਇਹਨਾਂ ਨੇ ਮੈਨੂੰ ਆਖਿਆ ਕਿ ਤੂੰ ਝੂਠ ਬੋਲਦਾ ਹੈ। ਇਹਨਾਂ ਦੀ ਇੰਨੀ ਜ਼ੁਰਤ। ਬਾਬਾ ਜੋਰਾਵਰ ਸਿੰਘ ਜੀ ਆਖਣ ਲੱਗੇ, ਓਏ ਸੂਬਿਆ ਇੱਕ ਗੱਲ ਯਾਦ ਰੱਖੀ, ਰਾਜ ਦੇ ਤਖਤ ਤੇ ਬਹਿ ਕੇ ਤੂੰ ਝੂਠ ਬੋਲਦਾ ਏ। ਅੱਜ ਤੱਕ ਦੁਨੀਆ ਦੇ ਉੱਤੇ ਕੋਈ ਐਸੀ ਬੰਦੂਕ ਨਹੀਂ ਬਣੀ, ਅੱਜ ਤੱਕ ਦੁਨੀਆ ਦੇ ਉੱਤੇ ਇਹੋ ਜੀ ਕੋਈ ਤਲਵਾਰ ਨਹੀਂ ਬਣੀ ਜਿਹੜੀ ਸਾਡੇ ਪਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਸਕੇ। ਤੇ ਜਦੋਂ ਇੰਨੀ ਗੱਲ ਆਖੀ, ਕੰਬ ਗਿਆ ਸੂਬੇਦਾਰ, ਜ਼ੁਬਾਨ ਥਿੜਕ ਗਈ, ਜ਼ੁਬਾਨ ਬੰਦ ਹੋ ਗਈ। ਗੁੱਸੇ ਦੇ ਵਿੱਚ ਆ ਕੇ ਸਾਧ ਸੰਗਤ ਜੀ 3 ਦਿਨ ਦੀਆਂ ਪੇਛੀਆਂ ਪਾ ਦਿੱਤੀਆਂ। ਤੇ ਹੁਣ ਜਦੋਂ ਪੇਛੀਆਂ ਪੈ ਰਹੀਆਂ ਨੇ ਨਾ, ਤੇ ਹੁਕਮ ਦੇ ਦਿੱਤਾ, ਕਹਿੰਦੇ ਇਹਨਾਂ ਨੂੰ ਸਖਤ ਸਜ਼ਾਵਾਂ ਦਿਓ, ਜੇ ਨਹੀਂ ਮੰਨਦੇ ਇਹਨਾਂ ਨੂੰ ਠੰਡੇ ਬੁਰਜ ਦੇ ਅੰਦਰ ਕੈਦ ਕਰ ਦਿਓ। ਜਦੋਂ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਠੰਡ ਲੱਗੇਗੀ ਨਾ,
ਫਿਰ ਮੰਨ ਜਾਣਗੇ ਕਿ ਅਸੀਂ ਆਪਣੇ ਧਰਮ ਦੇ ਵਿੱਚ ਨਹੀਂ, ਅਸੀਂ ਤੁਹਾਡਾ ਧਰਮ ਕਬੂਲ ਕਰਦੇ ਹਾਂ। ਤੇ ਸਾਧ ਸੰਗਤ ਜੀ ਜਲਾਦਾਂ ਨੂੰ ਹੁਕਮ ਦੇ ਦਿੱਤਾ, ਕਹਿੰਦੇ ਇਸ ਤਰ੍ਹਾਂ ਕਰੋ, ਇਹਨਾਂ ਨੂੰ ਅੱਜ ਠੰਡੇ ਬੁਰਜ ਦੇ ਅੰਦਰ ਰਹਿਣ ਦਿਓ। ਮਾਂ ਗੁਜਰ ਕੌਰ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਅੰਦਰ ਕੈਦ ਕਰ ਦਿੱਤਾ। ਤੇ ਸਾਧ ਸੰਗਤ ਜੀ ਉਸ ਸਮੇਂ ਮਾਂ ਗੁਜਰ ਕੌਰ ਆਪਣੇ ਬੱਚਿਆਂ ਨੂੰ ਆਖਦੀ, ਵੇ ਪੁੱਤਰੋ, ਵੇ ਪੋਤਿਓ, ਯਾਦ ਰੱਖਿਓ ਆਪਣੇ ਪਿਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਵਾ ਦਿਓ, ਉਹਦੀ ਪੱਗ ਨੂੰ ਦਾਗ ਨਾ ਲਵਾ ਦਿਓ, ਕਿਤੇ ਸਿੱਖੀ ਲਾਲਚਾਂ ਦੇ ਵਿੱਚ ਆ ਕੇ ਨਾ ਛੱਡ ਦਿਓ। ਸਾਹਿਬਜ਼ਾਦੇ ਆਖਦੇ ਨੇ, ਨਾ ਮਾਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤ ਹਾਂ, ਅਸੀਂ ਸਿੱਖੀ ਨਹੀਂ ਛੱਡ ਸਕਦੇ, ਆਪਣਾ ਆਪ ਆਪਣੀ ਜਾਨ ਗਵਾ ਦੇਾਂਗੇ। ਤੇ ਜਦੋਂ ਦਾਦੀ ਇੰਨੀ ਗੱਲ ਸੁਣਦੀ ਹੈ, ਸੀਨੇ ਦੇ ਵਿੱਚ ਠੰਡ ਪੈਂਦੀ ਹੈ। ਸਾਰੀ ਰਾਤ ਗੁਰੂ ਦਾਦੇ ਦੀਆਂ ਇਤਿਹਾਸ ਦੀਆਂ ਸਾਖੀਆਂ ਦਾਦੀ ਮਾਂ ਸੁਣਾਉਂਦੀ ਰਹੀ। ਤੇ ਜਦੋਂ ਅਗਲਾ ਦਿਨ ਹੋਇਆ ਨਾ, ਜਲਾਦ ਲੈਣ ਆ ਗਏ। ਫਿਰ ਸਵਾਲ ਕੀਤਾ ਗਿਆ ਕਿ ਬੱਚਿਓ, ਅਜੇ ਵੀ ਸੋਚ ਲਓ, ਅਜੇ ਬਹੁਤ ਉਮਰਾਂ ਨੇ, ਇਸਲਾਮ ਧਰਮ ਨੂੰ ਕਬੂਲ ਕਰ ਲਓ, ਤੁਹਾਨੂੰ ਬਖਸ਼ ਦਿੱਤਾ ਜਾਵੇਗਾ। ਸਾਹਿਬਜ਼ਾਦਿਆਂ ਨੇ ਨਾ ਕਰ ਦਿੱਤੀ, ਕਹਿੰਦੇ ਨਾ ਜੀ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤ ਹਾਂ, ਅਸੀਂ ਮਰਨਾ ਜਾਣਦੇ ਹਾਂ, ਅਸੀਂ ਆਪਣਾ ਸੀਸ ਕਟਵਾਉਣਾ ਜਾਣਦੇ ਹਾਂ, ਪਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ। ਤੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਆਖਣ ਲੱਗਾ, ਕਹਿੰਦੇ ਜੇ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ? ਸਰਸਾ ਨਦੀ ਦੇ ਉੱਤੇ ਤੁਹਾਡੇ ਵੀਰੇ ਪਤਾ ਨਹੀਂ ਕਿੱਥੇ ਹੈ, ਤੁਹਾਡਾ ਪਿਓ ਗੁਰੂ ਗੋਬਿੰਦ ਸਿੰਘ ਪਤਾ ਨਹੀਂ ਕਿੱਥੇ, ਤੁਹਾਡੀਆਂ ਮਾਵਾਂ ਪਤਾ ਨਹੀਂ ਕਿੱਥੇ ਨੇ। ਜੇ ਤੁਹਾਨੂੰ ਛੱਡ ਦਿੱਤਾ ਤੇ ਤੁਸੀਂ ਕਰੋਗੇ ਕੀ? ਤੁਸੀਂ ਜਾਓਗੇ ਕਿੱਥੇ? ਤੇ ਸਾਹਿਬਜ਼ਾਦਿਆਂ ਜ਼ੋਰ ਦੀ ਆਖਿਆ, ਕਹਿੰਦੇ ਓਏ ਸੂਬੇਦਾਰਾ, ਇੱਕ ਗੱਲ ਯਾਦ ਰੱਖੀ, ਜੇ ਤੂੰ ਸਾਨੂੰ ਛੱਡ ਦਿੱਤਾ ਨਾ, ਪੁੱਛਦਾ ਹੈ ਕਿ ਤੁਸੀਂ ਕੀ ਕਰੋਗੇ? ਓਏ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ, ਜੰਗਲਾਂ ਦੇ ਵਿੱਚ ਜਾ ਕੇ ਆਪਣੇ ਸਿੰਘਾਂ ਨੂੰ ਲੱਭਾਂਗੇ, ਉਹਨਾਂ ਨੂੰ ਇਕੱਤਰ ਕਰਕੇ ਤੇਰੇ ਵਰਗੇ ਪਾਪੀ ਦਾ ਮੂੰਹ ਭੰਨਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈਰਾਨ ਹੋ ਗਿਆ, ਕਹਿੰਦੇ ਨਿੱਕੇ ਨਿੱਕੇ ਬੱਚੇ ਨੇ ਪਰ ਜਜ਼ਬੇ ਬਹੁਤ ਵੱਡੇ ਨੇ, ਇਹਨਾਂ ਨੂੰ ਜਿਉਂਦੇ ਨਹੀਂ ਰਹਿਣ ਦਿੱਤਾ ਜਾਵੇਗਾ। ਪਰ ਸੋਚਦਾ ਇਹਨੇ, ਕਹਿੰਦੇ ਨੇ ਬੱਚੇ ਆ, ਚਲੋ ਕੱਲ ਵਿਚਾਰ ਕਰਾਂਗੇ। ਪਰ ਸਜ਼ਾ ਸੁਣਾ ਦਿੱਤੀ, ਕਹਿੰਦੇ ਇਸ ਤਰ੍ਹਾਂ ਕਰੋ, ਇਹਨਾਂ ਨੂੰ ਇਤਿਹਾਸ ਦੱਸਦਾ ਹੈ ਸਾਧ ਸੰਗਤ ਜੀ, ਠੰਡੇ ਬੁਰਜ ਦੇ ਕੋਲ ਇੱਕ ਦਰਖਤ ਦੇ ਨਾਲ ਸਾਹਿਬਜ਼ਾਦਿਆਂ ਨੂੰ ਬੰਨ੍ਹ ਦਿੱਤਾ ਗਿਆ। ਹੱਥ ਪਿੱਛੇ ਵੱਲ ਕਰਕੇ ਬੰਨ੍ਹ ਦਿੱਤੇ ਗਏ। ਹੁਣ ਗੁਲੇਲੇ ਦੇ ਨਾਲ ਰੋੜੇ ਮਾਰੇ ਜਾ ਰਹੇ ਨੇ, ਹੱਥਾਂ ਦੇ ਉੱਤੇ, ਬਾਹਾਂ ਦੇ ਉੱਤੇ, ਸਰੀਰ ਦੇ ਉੱਤੇ ਸੈਂਟੇ ਵੱਜ ਰਹੇ ਨੇ। ਅਕਹਿ ਤੇ ਅਸਹਿ ਜਿਹੜੇ ਕਸ਼ਟ ਉਹਨਾਂ ਸਾਹਿਬਜ਼ਾਦਿਆਂ ਨੂੰ ਦਿੱਤੇ ਜਾ ਰਹੇ ਨੇ। ਤੇ ਬਾਅਦ ਵਿੱਚ ਸਾਧ ਸੰਗਤ ਜੀ ਜਦੋਂ ਗੁਲੇਲੇ ਦੇ ਨਾਲ ਰੋੜਾ ਮਾਰਿਆ ਨਾ, ਹੁਣ ਬਾਬਾ ਫਤਿਹ ਸਿੰਘ ਦੀ ਅੱਖ ਦੇ ਉੱਤੇ ਜਾ ਕੇ ਵੱਜ ਗਿਆ। ਅੱਖ ਦੇ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਗਿਆ। ਤੇ ਸੂਬੇਦਾਰ ਆਖਦਾ, ਓਏ ਰੁਕੋ, ਇਹਨੂੰ ਖੋਲ ਦਿਓ, ਇਹਨਾਂ ਦੇ ਹੱਥ ਖੋਲ ਦਿਓ। ਤੇ ਸਾਧ ਸੰਗਤ ਜੀ, ਹੁਣ ਸਰਦੀ ਦਾ ਮੌਸਮ ਹੈ, ਸਾਡੇ ਵੀ ਬੱਚੇ ਨੇ, 7 ਤੇ 9 ਸਾਲ ਦੀਆਂ ਜਿੰਦਾਂ ਨੇ। ਤੇ ਜਦੋਂ ਹੱਥ ਖੋਲੇ ਨੇ ਨਾ, ਬਾਬਾ ਫਤਿਹ ਸਿੰਘ ਨੇ ਝੱਟ ਆਪਣੀ ਅੱਖ ਦੇ ਉੱਤੇ ਹੱਥ ਰੱਖ ਲਿਆ। ਤੇ ਕੋਲ ਆ ਕੇ ਅਹਲਕਾਰ ਪੁੱਛਦਾ, ਜਲਾਦ ਪੁੱਛਦਾ, ਓਏ ਬੱਚਿਓ, ਦੇਖੋ ਤੁਹਾਨੂੰ ਕਿੰਨੇ ਤਸੀਹੇ ਦਿੱਤੇ ਜਾ ਰਹੇ ਨੇ, ਓਏ ਆਪਣਾ ਧਰਮ ਛੱਡ ਦਿਓ, ਈਨ ਮੰਨ ਲਓ, ਤੁਹਾਨੂੰ ਬਖਸ਼ ਦਿੱਤਾ ਜਾਵੇਗਾ, ਨਹੀਂ ਤਾਂ ਤੁਹਾਨੂੰ ਹੋਰ ਕਸ਼ਟ ਦਿੱਤੇ ਜਾਣਗੇ। ਕਹਿੰਦੇ ਬਾਬਾ ਫਤਿਹ ਸਿੰਘ ਨੇ ਨਾਂਹ ਦੇ ਵਿੱਚ ਸਿਰ ਹਿਲਾ ਦਿੱਤਾ, ਬੋਲਿਆ ਨਹੀਂ ਗਿਆ। ਅਨੇਕਾਂ ਕਸ਼ਟ ਦਿੱਤੇ ਗਏ, ਲਹੂ ਲੁਹਾਨ ਹੋ ਗਿਆ ਸਰੀਰ, ਖੂਨ ਦੇ ਨਾਲ ਖੂਨ ਸਿਮਦਾ ਹੈ। ਤੇ ਛੱਡ ਦਿੱਤੋ, ਕਹਿੰਦੇ ਚਲੋ ਅੱਜ ਫਿਰ ਵਾਪਸ ਭੇਜ ਦਿਓ, ਕੱਲ ਬੁਲਾਵਾਂਗੇ, ਦੁਬਾਰਾ ਵਿਚਾਰ ਕਰਾਂਗੇ। ਤੇ ਸਾਧ ਸੰਗਤ ਜੀ, ਅੱਜ ਦੂਜੇ ਦਿਨ ਦੀ ਪੇਛੀ ਹੋਈ ਹੈ। ਦੂਸਰੇ ਦਿਨ ਦੀ ਪੇਛੀ ਦੇ ਵਿੱਚ ਵੀ ਇਹੀ ਪੁੱਛਿਆ ਗਿਆ, ਪਰ ਸਾਹਿਬਜ਼ਾਦਿਆਂ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਓਏ ਸੂਬਿਆ, ਸਾਨੂੰ ਮਰਨਾ ਕਬੂਲ ਹੈ, ਸਾਡੇ ਗੁਰੂ ਪਿਤਾ ਨੇ ਸਾਨੂੰ ਮਰਨਾ ਸਿਖਾਇਆ ਹੈ, ਸਾਡੇ ਗੁਰੂ ਪਿਤਾ ਨੇ ਆਪਣਾ ਧਰਮ ਛੱਡਣਾ ਨਹੀਂ ਸਿਖਾਇਆ।
ਹੁਣ ਕ੍ਰੋਧਿਤ ਹੋ ਰਿਹਾ ਹੈ, ਕ੍ਰੋਧ ਦੇ ਵਿੱਚ ਆ ਰਿਹਾ ਹੈ। ਆਖਦਾ ਹੈ ਕਿ ਇੰਨੇ ਨਿਡਰ ਬੱਚੇ ਨੇ, ਜੇ ਛੱਡ ਦਿੱਤੇ ਕੱਲ ਨੂੰ ਮੇਰੀ ਜਾਨ ਨੂੰ ਖਤਰਾ ਬਣ ਜਾਵੇਗਾ, ਇਹਨਾਂ ਨੂੰ ਛੱਡਿਆ ਨਹੀਂ ਜਾਣਾ। ਸਾਧ ਸੰਗਤ ਜੀ ਫਿਰ ਵਾਪਸ ਬੁਰਜ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਧਰ ਦਾਦੀ ਮਾਂ ਵੀ ਬਾਤਾਂ ਸੁਣਾ ਕੇ ਪ੍ਰਪੱਕ ਕਰ ਰਹੀ ਹੈ। ਰੋਜ਼ ਆਖਦੀ ਹੈ, ਵੇ ਪੁੱਤਰੋ, ਵੇ ਪੋਤਿਓ, ਇੱਕ ਗੱਲ ਖਿਆਲ ਰੱਖਿਓ, ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਵਾ ਦਿਓ, ਦੇਖਿਓ ਕਿਤੇ ਸਿੱਖੀ ਨਾ ਛੱਡ ਦਿਓ। ਆਖਦੇ ਨੇ, ਨਾ ਦਾਦੀ ਮਾਂ, ਅਸੀਂ ਸਿੱਖੀ ਨਹੀਂ ਛੱਡਣੀ। ਸਾਰੀ ਰਾਤ ਦਾਦੀ ਮਾਂ ਬਾਤਾਂ ਪਾਉਂਦੀ ਰਹੀ, ਸਿੱਖੀ ਦੀਆਂ, ਗੁਰੂ ਸਿੱਖਾਂ ਦੀਆਂ ਕਹਾਣੀਆਂ ਸੁਣਾਉਂਦੀ ਰਹੀ, ਮਨ ਨੂੰ ਪਰਪੱਕ ਕਰਦੀ ਰਹੀ ਮਾਂ ਗੁਜਰ ਕੌਰ। ਤੇ ਜਦੋਂ ਅਗਲਾ ਦਿਨ ਚੜਿਆ ਨਾ ਸਾਧ ਸੰਗਤ ਜੀ, ਹੁਣ ਜਲਾਦ ਕੁਝ ਸਮਾਂ ਪਹਿਲਾਂ ਆ ਗਏ ਨੇ ਤੇ ਆ ਕੇ ਆਖਦੇ ਨੇ, ਦਾਦੀ ਮਾਂ ਜਲਦੀ ਕਰ, ਸੂਬੇਦਾਰ ਦਾ ਹੁਕਮ ਹੈ, ਇਹਨਾਂ ਨੂੰ ਜਲਦੀ ਤਿਆਰ ਕਰਕੇ ਭੇਜ ਦੇ। ਤੇ ਦਾਦੀ ਮਾਂ ਨੇ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਸੁਣਾਇਆ। ਨਿਤ ਸੁਣਾਉਂਦੀ ਹੈ, 2 ਦਿਨ ਪਹਿਲਾਂ ਵੀ ਸੁਣਾਇਆ। ਅਰਦਾਸ ਕਰਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਹੈ ਪ੍ਰਮਾਤਮਾ, ਹੈ ਗੁਰੂ ਤੇਗ ਬਹਾਦਰ ਜੀ, ਇਹ ਤੇਰੇ ਪੋਤਿਆਂ ਦੀ ਜਿਹੜੀ ਉਮਰ ਹੈ ਪੇਛੀਆਂ ਭੁਗਤਣ ਦੀ ਨਹੀਂ ਹੈ। ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਐ ਗੁਰੂ ਤੇਗ ਬਹਾਦਰ ਮਹਾਰਾਜ ਜੀ, ਕਿਰਪਾ ਕਰਿਓ ਤੇਰੇ ਪੋਤਿਆਂ ਦੀ ਜਿੱਤ ਹੋਵੇ। ਇਹ ਅਰਦਾਸ ਕਰਕੇ ਨਿਤ ਤੋਰਦੀ ਹੈ। ਤੇ ਅੱਜ ਦਾਦੀ ਮਾਂ ਨੇ ਕੰਗੀ ਕੇਸਾਂ ਦੇ ਵਿੱਚ ਕੀਤੀ ਹੈ, ਸੁੰਦਰ ਕਲਗੀਆਂ ਦਸਤਾਰਾਂ ਮੁਖ ਦੇ ਉੱਤੇ ਸਜਾਈਆਂ ਨੇ, ਸੀਸ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਉਹਨਾਂ ਬੱਚਿਆਂ ਨੂੰ। ਤੇ ਨਾਲ ਆਖਦੀ ਹੈ, ਬੱਚਿਓ ਧਰਮ ਨਾ ਛੱਡ ਦਿਓ। 7 ਬਚਨ ਕਹਿ ਕੇ ਅੱਜ ਬੱਚੇ ਵੀ ਤੁਰੇ ਜਾ ਰਹੇ ਨੇ। ਉਹ ਸਾਹਿਬਜ਼ਾਦੇ ਜਦੋਂ ਨਿੱਕੇ ਨਿੱਕੇ ਤੁਰੇ ਜਾ ਰਹੇ ਨੇ ਨਾ, ਜਲਾਦ ਦੇ ਨਾਲ ਤੁਰੇ ਨੇ ਸਾਧ ਸੰਗਤ ਜੀ। ਜਦੋਂ ਤੁਰਨ ਲੱਗੇ ਨਾ, ਇੱਕਦਮ ਰੁਕ ਗਏ ਕਦਮ। ਹੁਣ ਠੰਡੇ ਬੁਰਜ ਦੀਆਂ ਪੌੜੀਆਂ ਉਤਰਨ ਲੱਗੇ, ਇੱਕਦਮ ਰੁਕ ਗਏ। ਤੇ ਜਲਾਦਾਂ ਦੇ ਮਨ ਦੇ ਵਿੱਚ ਆਇਆ, ਕਹਿੰਦਾ ਰਾਤ ਦੀ ਸਜ਼ਾ ਨੇ ਲੱਗਦਾ ਮਨ ਬਦਲ ਦਿੱਤਾ। ਡਰ ਗਏ ਨੇ ਵੀ ਅੱਜ ਵੀ ਸੂਬੇਦਾਰ ਸਾਨੂੰ ਸਜ਼ਾ ਦੇਵੇਗਾ, ਲੱਗਦਾ ਵੀ ਇਸ ਕਰਕੇ ਰੁਕ ਗਏ ਨੇ, ਅੱਜ ਜਾਣਾ ਨਹੀਂ ਚਾਹੁੰਦੇ। ਤੇ ਬਾਬਾ ਫਤਿਹ ਸਿੰਘ ਜੀ ਝੱਟ ਕੋਲ ਗਏ, ਕਹਿੰਦੇ ਦਾਦੀ ਮਾਂ, ਦਾਦੀ ਮਾਂ, ਅੱਜ ਤੁਸੀਂ ਕੁਝ ਭੁੱਲ ਗਏ। ਤੇ ਦਾਦੀ ਮਾਂ ਆਖਦੀ ਹੈ, ਵੇ ਪੋਤਿਓ, ਵੇ ਪੁੱਤ, ਮੈਂ ਕੀ ਭੁੱਲ ਗਈ, ਅੰਮ੍ਰਿਤ ਵੇਲੇ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਏ, ਤੁਹਾਡੇ ਕੇਸਾਂ ਦੇ ਉੱਤੇ ਕੰਘੀ ਕਰਕੇ ਮੈਂ ਤੁਹਾਡੇ ਸੀਸ ਦੇ ਉੱਤੇ ਦਸਤਾਰਾਂ ਸਜਾਈਆਂ ਨੇ, ਸੁੰਦਰ ਵਸਤ ਤੁਹਾਡੇ ਪਾਏ ਨੇ, ਕਲਗੀਆਂ ਲਾਈਆਂ ਨੇ, ਵੇ ਮੈਂ ਕੀ ਭੁੱਲ ਗਈ। ਕਹਿੰਦੇ ਦਾਦੀ ਮਾਂ, ਤੂੰ ਨਿਤ ਅਰਦਾਸ ਕਰਦੀ ਸੀ, ਜਦੋਂ 2 ਦਿਨ ਪਹਿਲਾਂ ਜਾਂਦੇ ਸੀ ਨਾ ਅਸੀਂ, ਤੇ ਅਰਦਾਸ ਇਹ ਕਰਦੀ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇਰੇ ਪੋਤਿਆਂ ਦੀ ਉਮਰ ਹੈ ਜਿਹੜੀ ਪੇਛੀਆਂ ਭੁਗਤਣ ਦੀ ਨਹੀਂ, ਕਿਰਪਾ ਕਰਿਓ ਇਹ ਆਪਣੀ ਪੇਛੀ ਨੂੰ ਜਿੱਤ ਕੇ ਆਉਣ। ਕਹਿੰਦੇ ਦਾਦੀ ਮਾਂ, ਅੱਜ ਤੁਸੀਂ ਅਰਦਾਸ ਹੀ ਨਹੀਂ ਕਰੀ। ਤੇ ਸਾਧ ਸੰਗਤ ਜੀ, ਕਿੱਡਾ ਰੂਹ, ਕਿੱਡਾ ਉਹ ਹਿਰਦਾ ਹੋਵੇਗਾ ਮਾਂ ਗੁਜਰ ਕੌਰ ਜੀ ਦਾ, ਜਿਸ ਹਿਰਦੇ ਦੇ ਵਿੱਚੋਂ ਅੱਜ ਇਹ ਗੱਲ ਬੱਚਿਆਂ ਦੇ ਕੰਨਾਂ ਦੇ ਵਿੱਚ ਪੈਣ ਲੱਗੀ ਹੈ। ਕਹਿੰਦੀ, ਵੇ ਪੋਤਿਓ, 2 ਦਿਨ ਮੈਨੂੰ ਪਤਾ ਸੀ ਕਿ ਤੁਸੀਂ ਮੇਰੇ ਕੋਲ ਵਾਪਸ ਆਉਣਾ ਹੈ, ਮੇਰੀ ਗੋਦ ਦੇ ਵਿੱਚ ਆਉਣਾ ਹੈ, ਜਿੱਤ ਕੇ ਆਉਣਾ ਹੈ ਤੁਸੀਂ। ਪਰ ਅੱਜ ਮੈਂ ਅਰਦਾਸ ਇਸ ਲਈ ਨਹੀਂ ਕਰੀ, ਕਿਉਂਕਿ ਅੱਜ ਮੈਨੂੰ ਪਤਾ ਹੈ ਕਿ ਤੁਸੀਂ ਅੱਜ ਵਾਪਸ ਨਹੀਂ ਆਉਣਾ। ਤੁਸੀਂ ਅੱਜ ਆਪਣੇ ਦਾਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਦੇ ਅੰਦਰ ਚਲੇ ਜਾਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਮੈਂ ਅਰਦਾਸ ਨਹੀਂ ਕਰੀ। ਕਿੱਡਾ ਜੇਰਾ ਹੋਵੇਗਾ ਮਾਂ ਗੁਜਰ ਕੌਰ ਜੀ ਦਾ, ਜਿਨ੍ਹਾਂ ਨੂੰ ਪਤਾ ਸੀ ਕਿ ਅੱਜ ਮੇਰੇ ਪੋਤਿਆਂ ਨੇ ਮੁੜ ਕੇ ਨਹੀਂ ਆਉਣਾ। ਤੇ ਪੋਤੇ ਵੀ ਆਖਦੇ ਨੇ, ਇਹ ਦਾਦੀ ਮਾਂ, ਸਾਨੂੰ ਵੀ ਮਰਨ ਦਾ ਚਾਹ ਹੈ, ਸਾਨੂੰ ਤਿਆਰ ਕਰਕੇ ਤੋਰ, ਅਸੀਂ ਵੀ ਆਪਣੇ ਦਾਦੇ ਦੀ ਗੋਦ ਦੇ ਅੰਦਰ ਜਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲਈਏ, ਸਾਨੂੰ ਵੀ ਮਰਨ ਦਾ ਚਾਹ ਹੈ। ਤੇ ਦਾਦੀ ਮਾਂ ਨੂੰ ਸਾਹਿਬਜ਼ਾਦੇ ਆਖਦੇ ਨੇ, ਸ਼ਾਇਰ ਲਿਖਦਾ ਏ, ਕਹਿੰਦੇ ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਕਹਿੰਦੇ ਦਾਦੀ ਮਾਂ, ਅੱਜ ਸਾਨੂੰ ਉਡੀਕੀ ਨਾ,
ਅੱਜ ਅਸੀਂ ਆਪਣੇ ਦਾਦੇ ਦੀ ਗੋਦ ਦੇ ਅੰਦਰ ਚਲੇ ਜਾਣਾ। ਉਹ ਪਿਆਰ ਦੇ ਨਾਲ ਪੜ੍ਹ ਲਈਏ ਜੀ। ਨਾ ਉਡੀਕੀ ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਨਾ ਉਡੀਕੀ ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਨਾ ਉਡੀਕੀ ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ। ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ। ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ। ਸਿਰ ਤੇ ਕਫਨ ਬੰਨ ਲਏ ਹੁਣ ਕਲਗੀਆਂ ਲਾ ਦੇ। ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਸਾਹਿਬਜ਼ਾਦੇ ਆਖਦੇ ਨੇ ਦਾਦੀ ਮਾਂ ਅੱਜ ਉਡੀਕੀ ਨਾ। ਹੁਣ ਕਚਹਿਰੀ ਦੇ ਵਿੱਚ ਗਏ ਨੇ ਤੇ ਜਦੋਂ ਸੂਬੇਦਾਰ ਨੇ ਪੁੱਛਿਆ, ਮੈਂ ਸੰਖੇਪ ਦੇ ਵਿੱਚ ਬੇਨਤੀ ਕਰਕੇ ਸਮਾਪਤੀ ਕਰਾਂ, ਓਏ ਬੱਚਿਓ ਧਰਮ ਛੱਡ ਦਿਓ। ਨਾ ਦੇ ਵਿੱਚ ਸਿਰ ਹਿਲਾ ਦਿੱਤਾ। ਕਹਿੰਦੇ ਕਾਜੀ ਨੂੰ ਆਖ ਦਿੱਤਾ ਕਿ ਹੁਕਮ ਸੁਣਾਓ, ਇਹਨਾਂ ਨੂੰ ਸਜ਼ਾ ਕੀ ਦਿੱਤੀ ਜਾਵੇ। ਤੇ ਸਾਧ ਸੰਗਤ ਜੀ, ਕਾਜੀ ਨੇ ਕੁਰਾਨ ਹੱਥ ਦੇ ਵਿੱਚ ਫੜ ਕੇ ਆਖਿਆ, ਇਹਨਾਂ ਨੂੰ ਸ਼ਹੀਦ ਕਰ ਦਿਓ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਮਾਰ ਦਿਓ। ਤੇ ਸਾਧ ਸੰਗਤ ਜੀ, ਹੁਣ ਤਿਆਰੀ ਕੀਤੀ ਗਈ ਹੈ। ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਹੁਣ ਬਾਬਾ ਫਤਿਹ ਸਿੰਘ ਜੀ ਛੋਟੇ ਨੇ, ਕੱਦ ਛੋਟਾ ਹੈ। ਜਦੋਂ ਕੰਧ ਮੁਖ ਦੇ ਤੱਕ ਆ ਗਈ ਨਾ, ਤੇ ਉਸ ਵੇਲੇ ਚੁੱਪ ਕਰ ਗਏ ਨੇ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਚੁੱਪ ਕਰ ਗਏ ਨੇ। ਇਤਿਹਾਸ ਲਿਖਦਾ, ਕਹਿੰਦੇ ਬਾਬਾ ਜੋਰਾਵਰ ਸਿੰਘ ਜੀ ਨੇ ਪੁੱਛਿਆ ਫਤਿਹ ਸਿੰਘ ਨੂੰ, ਵੀਰਿਆ ਕੀ ਗੱਲ ਹੋ ਗਿਆ, ਚੁੱਪ ਹੋ ਗਿਆ, ਡੋਲ ਗਿਆ ਏ ਤੂੰ? ਤੇ ਫਤਿਹ ਸਿੰਘ ਜੀ ਆਖਣ ਲੱਗੇ, ਨਹੀਂ ਵੀਰ ਜੀ, ਮੈਨੂੰ ਚਾਅ ਇੰਨਾ ਕਿ ਦੁਨੀਆ ਦੇ ਉੱਤੇ ਮੈਂ ਆਇਆ ਤਾਂ ਬਾਅਦ ਵਿੱਚ ਸੀ, ਪਰ ਮੈਨੂੰ ਅੱਜ ਇੰਨਾ ਚਾਅ ਹੈ ਕਿ ਮੈਂ ਅੱਜ ਆਪਣੇ ਦਾਦੇ ਪਿਤਾ ਦੀ ਗੋਦ ਦੇ ਵਿੱਚ ਪਹਿਲਾਂ ਜਾ ਰਿਹਾ ਸਾਰਿਆਂ ਨਾਲੋਂ। ਆਖੋ ਸਤਨਾਮ ਵਾਹਿਗੁਰੂ। ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਸਾਹਿਬਜ਼ਾਦਿਆਂ ਨੂੰ ਲਾੜੀ ਮੌਤ ਵਿਆਹਣ ਦਾ ਇੰਨਾ ਚਾਅ ਹੈ। ਕਹਿੰਦੇ ਕੰਧ ਸੀਸ ਤੋਂ ਉੱਤੇ ਚਲੇ ਗਈ, ਤਿੜਕ ਕੇ ਡਿੱਗ ਗਈ। ਤੇ ਜਦੋਂ ਡਿੱਗੀ ਨਹੀਂ ਨਾ, ਉਸ ਵੇਲੇ ਸੂਬੇਦਾਰ ਉੱਚੀ ਥਾਂ ਦੇ ਉੱਤੇ ਬੈਠਾ ਆਖਦਾ ਜਲਾਦਾਂ ਨੂੰ, ਦੇਖੋ ਕੋਲ ਹੋ ਕੇ ਅਜੇ ਜਿਉਂਦੇ ਨੇ ਜਾਂ ਮਰ ਗਏ ਨੇ। ਸਾਧ ਸੰਗਤ ਜੀ, ਜਦੋਂ ਜਲਾਦ ਕੋਲ ਗਏ ਨੇ ਨਾ, ਜਾ ਕੇ ਨਬਜ਼ ਫੜ ਕੇ ਦੇਖਿਆ ਤੇ ਆਖਿਆ ਜੀ ਅਜੇ ਜਿਉਂਦੇ ਨੇ, ਅਜੇ ਸਾਹ ਚੱਲਦੇ ਨੇ। ਤੇ ਸੂਬੇਦਾਰ ਨੇ ਹੁਕਮ ਦੇ ਦਿੱਤਾ ਜਲਾਦਾਂ ਨੂੰ, ਕਹਿੰਦੇ ਇਸ ਤਰ੍ਹਾਂ ਕਰੋ, ਜੇ ਇਦਾਂ ਵੀ ਇਹਨਾਂ ਦੀ ਮੌਤ ਨਹੀਂ ਨਾ ਹੋਈ, ਫਿਰ ਇਹਨਾਂ ਦੀਆਂ ਸਾਹ ਰਗਾਂ ਨੂੰ ਵੱਢ ਦਿਓ। ਆਖੋ ਸਤਨਾਮ। ਤੇ ਜਲਾਦਾਂ ਨੇ ਸਾਧ ਸੰਗਤ ਜੀ ਗਲ ਦੇ ਉੱਤੇ ਤੇਜ ਕਟਾਰ ਫੇਰ ਕੇ, ਛੁਰਾ ਫੇਰ ਕੇ ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਨੂੰ ਚੀਰ ਦਿੱਤਾ। ਤੇ ਸਾਹਿਬਜ਼ਾਦੇ ਸਦਾ ਲਈ ਅਮਰ ਹੋ ਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਦੇ ਵਿੱਚ ਸਦਾ ਚਲੇ ਗਏ। ਤੇ ਜਿਸ ਥਾਂ ਦੇ ਉੱਤੇ ਸਾਧ ਸੰਗਤ ਜੀ
ਛੋਟੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਛੱਡਿਆ, ਆਪਣੀ ਸ਼ਹਾਦਤ ਦੇ ਦਿੱਤੀ। ਮਾਤਾ ਗੁਜਰ ਕੌਰ ਜੀ ਦੀ ਵੀ ਉੱਥੇ ਸ਼ਹਾਦਤ ਬਾਅਦ ਵਿੱਚ ਹੋ ਗਈ। ਉਸ ਥਾਂ ਦਾ ਨਾਂ ਰੱਖਿਆ ਗਿਆ ਫਤਿਹਗੜ੍ਹ ਸਾਹਿਬ। ਤੇ ਜਿਸ ਥਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਉੱਤੇ ਜੰਗ ਲੜਦੇ ਲੜਦੇ ਸ਼ਹੀਦੀਆਂ ਪਾ ਗਏ, ਜੰਗ ਜਿੱਤੀ ਸੀ, ਉਸ ਜਗ੍ਹਾ ਦਾ ਨਾਂ ਰੱਖਿਆ ਗਿਆ ਗੁਰਦੁਆਰਾ ਕਤਲਗੜ੍ਹ ਸਾਹਿਬ। ਇਹ ਦੋਨੋਂ ਉਲਟ ਪਤਾ ਕਿਉਂ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਨੇ, ਕਹਿੰਦੇ ਮੇਰੀ ਇਹ ਜਿੱਤ ਨਹੀਂ ਕਿ ਚਮਕੌਰ ਦੀ ਜੰਗ ਦੇ ਅੰਦਰ ਅਸੀਂ ਜੰਗ ਨੂੰ ਜਿੱਤ ਲਿਆ, ਇਹ ਮੇਰੀ ਜਿੱਤ ਨਹੀਂ, ਇਹ ਕੋਈ ਜਿੱਤ ਨਹੀਂ ਸੀ। ਇੱਕ ਪਾਸੇ 40 ਸਿੰਘ ਸੀ, ਦੂਸਰੇ ਪਾਸੇ 10 ਲੱਖ ਦੀ ਫੌਜ ਸੀ, ਇਹ ਕੋਈ ਬਰਾਬਰ ਦੀ ਜੰਗ ਨਹੀਂ ਸੀ। ਇੱਥੇ ਘੇਰ ਕੇ ਕਤਲ ਕੀਤੇ ਗਏ ਨੇ, ਤਾਂ ਇਸ ਦਾ ਨਾਮ ਕਤਲਗੜ੍ਹ ਸਾਹਿਬ ਹੈ। ਤੇ ਦੂਸਰੇ ਪਾਸੇ ਕਹਿੰਦੇ ਫਤਿਹ ਉਸ ਦਿਨ ਹੋਈ ਹੈ ਜਦੋਂ ਰਾਏਕੋਟ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ ਨਾ, ਤੇ ਆਖਦੇ ਨੇ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਪਿਆਰੇ ਭਾਈ ਦਇਆ ਸਿੰਘ ਜੀ ਨਾਲ ਸਨ, ਉਹਨਾਂ ਨੂੰ ਆਖਦੇ ਨੇ, ਕਹਿੰਦੇ ਅੱਜ ਮੇਰੀ ਜਿੱਤ ਹੋਈ ਹੈ, ਅੱਜ ਮੇਰੇ ਛੋਟੇ ਪੁੱਤਰਾਂ ਨੇ ਆਪਣਾ ਧਰਮ ਸਵਾਸਾਂ ਦੇ ਨਾਲ, ਸਿੱਖੀ ਸਿਦਕ ਸਵਾਸਾਂ ਦੇ ਨਾਲ ਨਿਭਾ ਦਿੱਤਾ। ਸਾਧ ਸੰਗਤ ਜੀ, ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੇਰੀ ਜਿੱਤ ਹੋਈ ਹੈ। ਜਿੱਤ ਦਾ ਭਾਵ ਅੱਜ ਫਤਿਹ ਹੋਈ ਹੈ, ਤੇ ਉਸ ਜਗ੍ਹਾ ਦਾ ਨਾਮ ਰੱਖ ਦਿੱਤਾ ਗਿਆ ਫਤਿਹਗੜ੍ਹ ਸਾਹਿਬ। ਆਖੋ ਸਤਿਨਾਮ। ਜ਼ਰੂਰ ਇੱਕ ਟੂਰ ਬਣਾਇਓ ਇਹਨਾਂ ਦਿਨਾਂ ਦੇ ਅੰਦਰ, ਸਾਹਿਬਜ਼ਾਦਿਆਂ ਦੀ ਉਹ ਪਾਵਨ ਧਰਤੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ, ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲਿਆਇਓ। ਜ਼ਰੂਰ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ, ਉਹ ਠੰਡਾ ਬੁਰਜ ਦਿਖਾ ਕੇ ਲੈ ਕੇ ਆਇਓ, ਜਿਸ ਦੇ ਜਾ ਕੇ ਬੱਚਿਆਂ ਦੇ ਮਨ ਦੇ ਵਿੱਚ ਇਹ ਗੱਲ ਆਵੇ ਕਿ ਸਾਡੇ ਵੀਰੇ ਨੇ, ਇਹ ਅਰਦਾਸ ਹੋਵੇ ਕਿ ਸਾਡੇ ਅੰਦਰ ਇਹ ਭਾਵਨਾ ਬਣ ਜਾਵੇ, ਸਤਿਗੁਰੂ ਕਿਰਪਾ ਕਰਨ ਸਾਡੇ ਬੱਚਿਆਂ ਦੇ ਵਿੱਚ ਵੀ, ਸਾਡੇ ਘਰਾਂ ਦੇ ਵਿੱਚ ਵੀ ਸਿੱਖੀ ਆ ਜਾਵੇ, ਸਾਡੇ ਘਰਾਂ ਦੇ ਵਿੱਚ ਵੀ ਅੰਮ੍ਰਿਤ ਦੀਆਂ ਦਾਤਾਂ ਮਿਲ ਜਾਣ। ਜਿੰਨਾ ਸਮਾਂ ਸਾਧ ਸੰਗਤ ਜੀ ਮੈਨੂੰ ਮਿਲਿਆ ਸੀ ਸਮਾਪਤ ਹੈ। ਇੱਕ ਬੇਨਤੀ ਛੋਟੀ ਜੀ ਕਰਕੇ ਮੈਂ ਆਪ ਜੀ ਤੋਂ ਖਿਮਾ ਮੰਗ ਲੈਣੀ ਹੈ। ਆਪ ਸਭਨਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਹਾਕਮ ਸਰਕਾਰ ਹੈ ਜਿਹੜੀ, ਉਹ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਪਰ ਅੱਜ ਧੱਕਾ ਇਕੱਲੇ ਕਿਸਾਨਾਂ ਨਾਲ ਨਹੀਂ, ਹੁਣ ਇਹ ਗੱਲ ਉਸ ਹਰ ਜੀਵ ਦੇ ਉੱਤੇ ਲਾਗੂ ਹੋ ਗਈ ਹੈ ਜਿਹਨੂੰ ਪੇਟ ਲੱਗਿਆ ਹੋਇਆ ਹੈ। ਅੱਜ ਸਾਡੇ ਪੇਟ ਦੇ ਉੱਤੇ ਲੱਤ ਮਾਰੀ ਜਾ ਰਹੀ ਹੈ। ਅੱਜ ਸਾਰਿਆਂ ਦਾ ਹੱਕ ਬਣਦਾ ਹੈ ਕਿ ਇੱਕ ਵਾਰ ਜਾ ਕੇ ਉਸ ਦਿੱਲੀ ਦੇ ਵਿੱਚ ਜਾ ਕੇ ਅਸੀਂ ਹਾਜ਼ਰੀ ਵੀ ਲਵਾਈਏ, ਤੇ ਜਿਹੜੀਆਂ ਸੰਗਤਾਂ ਨਹੀਂ ਜਾ ਸਕਦੀਆਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇੱਕ ਮੈਸੇਜ ਹੈ ਕਿ ਜਿਹਨੂੰ ਜਿੰਨੀ ਵੀ ਬਾਣੀ ਪੜ੍ਹਨੀ ਆਉਂਦੀ ਹੈ, ਬੇਸ਼ੱਕ ਘੱਟੋ ਘੱਟ ਪੂਰੇ ਦਿਨ ਦੇ ਅੰਦਰ ਇੱਕ ਜਪਜੀ ਸਾਹਿਬ ਦਾ ਪਾਠ, ਜਿਹਨੂੰ ਜਪਜੀ ਸਾਹਿਬ ਨਹੀਂ ਆਉਂਦਾ ਉਹ ਮੂਲ ਮੰਤਰ ਦਾ ਪਾਠ, ਜਿਹਨੂੰ ਮੂਲ ਮੰਤਰ ਵੀ ਨਹੀਂ ਪੜ੍ਹਨਾ ਆਉਂਦਾ ਉਹ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰਕੇ ਉਹਨਾਂ ਕਿਸਾਨਾਂ ਦੀ ਜਿੱਤ ਦੀ ਅਰਦਾਸ ਜ਼ਰੂਰ ਕਰਿਓ। ਇਹ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਬਾਣੀ ਪੜ੍ਹਦਿਆਂ ਕੋਲੋਂ, ਇਤਿਹਾਸ ਸਰਵਣ ਕਰਵਾਉਂਦਿਆਂ ਦੇ ਕੋਲੋਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਬਖਸ਼ਣ ਯੋਗ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਨੇ। ਕਿਰਪਾ ਕਰਨੀ, ਅਰਦਾਸ ਕਰਨੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠ ਕੇ ਕੀਰਤਨ ਕਰਨ ਦੀ, ਕਥਾ ਕਰਨ ਦੀ ਜਾਚ ਆ ਜਾਵੇ। ਇੰਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ। ਸਮੂਹ ਸੇਵਾਦਾਰਾਂ ਦਾ, ਸੰਤ ਸੇਵਕ ਜਥਾ, ਸਮੂਹ ਸੇਵਾਦਾਰਾਂ